ਕਰੋਨਾ ਤੋਂ ਤਾਂ ਪੇਸ਼ੈਂਟ ਠੀਕ ਹੋ ਕੇ ਹਸਪਤਾਲ ਤੋਂ ਚਲੇ ਜਾਂਦੇ ਸੀ, ਖੁਸ਼ੀ-ਖੁਸ਼ੀ ਚਲੇ ਜਾਂਦੇ ਸੀਗੇ, ਪਰ ਉਹੀ ਹਸਪਤਾਲਾਂ ਦੇ ਵਿੱਚ ਫੇਰ ਉਹੀ ਪੇਸ਼ੈਂਟਸ ਨੂੰ ਵਾਪਸ ਆਉਣਾ ਪੈ ਰਿਹਾ। ਦਿਮਾਗੀ ਦਿੱਕਤਾਂ ਆਉਣੀਆਂ ਉਹਨਾਂ ਨੂੰ ਸ਼ੁਰੂ ਹੋ ਗਈਆਂ, ਡਿਪਰੈਸ਼ਨ ਦੇ ਮਰੀਜ਼ ਹੋਣੇ ਸ਼ੁਰੂ ਹੋ ਗਏ। ਇਸ ਤੇ ਕਿਉਂ ਇੱਦਾਂ ਹੋ ਰਿਹਾ? 40 ਤੋਂ 50% ਜਿਹੜੇ ਮਰੀਜ਼ ਨੇ ਜਿਹੜੇ ਪੋਸਟ ਕੋਵਿਡ ਨੇ ਜਾਂ ਜਿਹੜੀ ਆਮ ਦੁਨੀਆ ਹੈ ਉਹ ਲੋਕਾਂ ਦੇ ਵਿੱਚ ਡਿਪਰੈਸ਼ਨ ਵੱਧ ਗਿਆ। ਪੈਨਿਕ ਅਟੈਕਸ, ਪੋਸਟ ਟਰੋਮੈਟਿਕ ਸਟ੍ਰੈਸ। ਪੋਸਟ ਟਰੋਮੈਟਿਕ ਮੀਨਸ ਜਿਹੜਾ ਬੰਦਾ ਕਰੋਨਾ ਤੋਂ ਬਾਹਰ ਆ ਗਿਆ ਉਹਨੂੰ ਇਹ ਲੱਗਦਾ ਯਾਰ ਮੈਨੂੰ ਕਿਤੇ ਦੁਬਾਰਾ ਤਾਂ ਨਹੀਂ ਹੋ ਜਾਊਗਾ। ਲੰਬੇ ਸਮੇਂ ਲਈ ਉਹ ਆਈਸੋਲੇਸ਼ਨ ਪੀਰੀਅਡ 'ਚ ਰਹੇ ਨੇ। ਉਸ ਤੋਂ ਬਾਅਦ ਮੈਂ ਫਿਰ ਇਹ 2 ਮਹੀਨੇ ਆਪਣੀ ਜੌਬ ਤੋਂ ਰਹੂੰਗਾ, ਉਹਦੇ ਕਰਕੇ ਦਿਮਾਗੀ ਪਰੇਸ਼ਾਨੀਆਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵੱਧ ਗਿਆ। ਘਰਾਂ ਦੇ ਵਿੱਚ ਜਿਹੜੀ ਕੰਮ ਸਫਾਈ ਕਰਮਚਾਰੀ ਸੀਗੇ, ਛੋਟੇ ਕੰਮ ਵਾਲੀਆਂ ਸੀਗੀਆਂ, ਲੋਕਾਂ ਨੇ ਘਰਾਂ ਚੋਂ ਕੱਢਤੀਆਂ, ਜਿਹਦੇ ਕਰਕੇ ਪਰੇਸ਼ਾਨੀ ਬਹੁਤ ਜ਼ਿਆਦਾ ਲੋਕਾਂ ਨੂੰ ਵੱਧ ਰਹੀ ਹੈ। ਔਰ ਲੋਕੀ ਇਸੇ ਚੀਜ਼ ਨਾਲ ਹਸਪਤਾਲਾਂ 'ਚ ਮੈਡੀਕਲ ਪ੍ਰੋਬਲਮ ਤਾਂ ਐਗਜ਼ਿਸਟ ਕਰ ਹੀ ਰਹੀ ਹੈ। ਜਿਨ੍ਹਾਂ ਨੂੰ ਮੈਡੀਕਲ ਸਪੈਸ਼ਲਿਸਟ ਜੀ ਤੋੜ ਕੇ ਦੱਸ ਰਹੇ ਨੇ, ਉਹ ਸਮਝਾ ਵੀ ਰਹੇ ਨੇ ਵੀ ਭਾਈ ਇਹਦੀ ਇਨਫੈਕਸ਼ਨ ਇੰਨਾ ਚਿਰ 'ਚ ਖਤਮ ਹੋ ਜੂ, ਬਟ ਜਿਹੜਾ ਮੈਂਟਲ ਬਲੌਕ ਲੋਕਾਂ ਦੇ ਲੱਗ ਗਿਆ ਉਹ ਜ਼ਿਆਦਾ ਪਰੇਸ਼ਾਨ ਕਰ ਰਿਹਾ। ਕਿੰਨੇ ਕੁ ਪੇਸ਼ੈਂਟਸ ਆ ਰਹੇ ਨੇ ਕੋਵਿਡ ਤੋਂ ਠੀਕ ਹੋ ਕੇ ਜਿਹੜੇ ਮੈਂਟਲ ਪ੍ਰੋਬਲਮ ਵਾਸਤੇ? ਕਿੰਨੇ ਕੁ ਪੇਸ਼ੈਂਟਸ ਤੁਹਾਡੇ ਕੋਲ ਇੱਥੇ ਆ ਰਹੇ ਨੇ? ਸਾਨੂੰ 2 ਤੋਂ 3 ਪੇਸ਼ੈਂਟ ਨਵੇਂ ਡੇਲੀ ਮਿਲਦੇ ਨੇ ਜੀ ਹਸਪਤਾਲ 'ਚ। ਜਦੋਂ ਅਸੀਂ ਹਿਸਟਰੀ ਟੈਸਟ ਕਰਦੇ ਹਾਂ ਵੀ ਇਹਨਾਂ ਨੂੰ ਕੋਵਿਡ ਹੋ ਚੁੱਕਿਆ ਜੀ, ਤਾਂ ਉਹ ਸਾਡੇ ਕੋਲ ਇਸ ਬਿਮਾਰੀ ਦੇ ਨਾਲ ਆ ਰਹੇ ਨੇ ਜੀ। ਵੀ ਦਿਮਾਗੀ ਬਿਮਾਰੀਆਂ ਕੋਈ ਪਰਮਾਨੈਂਟ ਬਿਮਾਰੀਆਂ ਨਹੀਂ ਹੈ। ਬਹੁਤ ਸਾਰੀ ਦਵਾਈਆਂ, ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਸਰੀਰ ਤੇ। ਆਮ ਨਾਰਮਲ ਬਿਮਾਰੀਆਂ ਵਰਗੀ ਬਿਮਾਰੀਆਂ, ਇਹਨਾਂ ਨੂੰ ਇੱਕ ਟਾਈਮ ਡਿਊਰੇਸ਼ਨ ਲਈ ਦਿੱਤਾ ਜਾਂਦਾ ਔਰ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਂਦੇ ਹੋ। ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਕਰੋਨਾ ਵਾਇਰਸ ਨੇ ਲੋਕਾਂ ਦੇ ਦਿਮਾਗ ਤੇ ਕਾਫੀ ਜ਼ਿਆਦਾ ਅਸਰ ਪਾਇਆ ਹੋਇਆ ਸੀ ਤੇ ਕਰੋਨਾ ਵਾਇਰਸ ਦੇ ਮਰੀਜ਼ ਵੀ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਵਧੇ ਹੋਏ ਸੀ। ਕਰੋਨਾ ਤੋਂ ਤਾਂ ਪੀੜਤ ਲੋਕ ਠੀਕ ਹੋ ਗਏ, ਪਰ ਦਿਮਾਗੀ ਤੌਰ ਤੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਡਿਪਰੈਸ਼ਨ ਦੇ ਮਰੀਜ਼ ਹੋਣ ਲੱਗ ਗਏ, ਉਹ ਐਂਗਜ਼ਾਇਟੀ ਹੋਣ ਲੱਗ ਗਈ ਕਰੋਨਾ ਦੇ ਠੀਕ ਹੋਣ ਦੇ ਬਾਵਜੂਦ ਵੀ। ਪਰ ਹਸਪਤਾਲਾਂ ਦੇ ਵਿੱਚ ਕੋਵਿਡ ਨੂੰ ਮਾਤ ਦੇ ਕੇ ਪੇਸ਼ੈਂਟ ਫਿਰ ਉਹੀ ਹਸਪਤਾਲਾਂ ਦੇ ਵਿੱਚ ਦੁਬਾਰਾ ਆਉਣਾ ਪੈ ਰਿਹਾ ਪੇਸ਼ੈਂਟਸ ਨੂੰ, ਕਿਉਂਕਿ ਹੋਰ ਉਹਨਾਂ ਨੂੰ ਦਿਮਾਗੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਇਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਲੁਧਿਆਣਾ ਦੇ DMC ਹਸਪਤਾਲ ਤੋਂ 2 ਡਾਕਟਰ ਮੌਜੂਦ ਨੇ, ਡਾਕਟਰ ਰੁਪੇਸ਼ ਤੇ ਡਾਕਟਰ ਪੰਕਜ, ਮਨੋਵਿਗਿਆਨਿਕ ਨੇ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਰ, ਕਰੋਨਾ ਤੋਂ ਤਾਂ ਪੇਸ਼ੈਂਟ ਠੀਕ ਹੋ ਕੇ ਹਸਪਤਾਲ ਤੋਂ ਚਲੇ ਜਾਂਦੇ ਸੀ, ਖੁਸ਼ੀ-ਖੁਸ਼ੀ ਚਲੇ ਜਾਂਦੇ ਸੀਗੇ, ਪਰ ਉਹੀ ਹਸਪਤਾਲਾਂ ਦੇ ਵਿੱਚ ਫਿਰ ਉਹੀ ਪੇਸ਼ੈਂਟਸ ਨੂੰ ਵਾਪਸ ਆਉਣਾ ਪੈ ਰਿਹਾ। ਦਿਮਾਗੀ ਦਿੱਕਤਾਂ ਆਉਣੀਆਂ ਉਹਨਾਂ ਨੂੰ ਸ਼ੁਰੂ ਹੋ ਗਈਆਂ, ਡਿਪਰੈਸ਼ਨ ਦੇ ਮਰੀਜ਼ ਹੋਣੇ ਸ਼ੁਰੂ ਹੋ ਗਏ। ਇਸ ਤੇ ਕਿਉਂ ਇੱਦਾਂ ਹੋ ਰਿਹਾ? ਸਭ ਤੋਂ ਗੱਲ ਵੱਡੀ ਹੈ ਜੀ, ਹੁਣ ਜਿਹੜਾ ਬਹੁਤ ਬੜਾ ਇਸ਼ੂ ਆ ਰਿਹਾ ਜੀ, ਉਹ ਪੋਸਟ ਕੋਵਿਡ ਮੈਂਟਲ ਹੈਲਥ ਦਾ ਇਸ਼ੂ ਆ ਰਿਹਾ। ਮਰੀਜ਼ ਜਿਹੜੇ ਪੇਸ਼ੈਂਟ ਕਰੋਨਾ ਤੋਂ ਠੀਕ ਹੋ ਗਏ ਨੇ, ਹੁਣ ਉਹਨਾਂ ਨੂੰ ਇੱਕ ਨਵੀਂ ਹੀ ਪ੍ਰੋਬਲਮ ਫਸ ਗਏ ਨੇ, ਜਿਹਨੂੰ ਆਪਾਂ ਕਹਿੰਦੇ ਨੇ ਪੋਸਟ ਕੋਵਿਡ ਮੈਂਟਲ ਹੈਲਥ। ਦਿਮਾਗੀ ਬਿਮਾਰੀਆਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵੱਧ ਗਈਆਂ। ਅਗਰ ਆਪਾਂ ਦੇਖਿਆ ਜਾਵੇ ਪਿਛਲੇ ਕੁਝ ਸਮੇਂ ਤੋਂ ਪੂਰੇ ਵਰਲਡ ਵਾਈਡ ਵੀ ਬਹੁਤ ਸਾਰੀ ਸਟੱਡੀਜ਼ ਹੋਈਆਂ। ਅਸੀਂ ਵੀ ਰੂਟੀਨ 'ਚ ਜਿਹੜੀ ਹੁਣ ਅਸੀਂ ਸਟੱਡੀ ਕੀਤੀ ਹੈ, ਉਹਦੇ ਵਿੱਚ ਸਾਨੂੰ ਇਹ ਲੱਭਿਆ ਹੈਗਾ ਵੀ 40 ਤੋਂ 50% ਜਿਹੜੇ ਮਰੀਜ਼ ਨੇ ਜਿਹੜੇ ਪੋਸਟ ਕੋਵਿਡ ਨੇ ਜਾਂ ਜਿਹੜੀ ਆਮ ਦੁਨੀਆ ਹੈ ਉਹ ਲੋਕਾਂ ਦੇ ਵਿੱਚ ਡਿਪਰੈਸ਼ਨ ਵੱਧ ਗਿਆ। ਡਿਪਰੈਸ਼ਨ, ਔਰ ਉਹਨਾਂ ਦੇ ਵਿੱਚ ਕਈ ਐਸੇ ਲੋਕ ਨੇ ਜਿਨ੍ਹਾਂ ਨੂੰ 40 ਤੋਂ 50% ਦੇ ਕਰੀਬ ਐਸੇ ਵੀ ਹੋਰ ਲੋਕ ਨੇ ਜਿਨ੍ਹਾਂ ਨੂੰ ਸਭ ਤੋਂ ਮੇਜਰ ਦਿੱਕਤ ਐਂਗਜ਼ਾਇਟੀ ਦੀ ਆ ਰਹੀ ਹੈ। ਪੈਨਿਕ ਅਟੈਕਸ, ਪੋਸਟ ਟਰੋਮੈਟਿਕ ਸਟ੍ਰੈਸ। ਪੋਸਟ ਟਰੋਮੈਟਿਕ ਮੀਨਸ ਜਿਹੜਾ ਬੰਦਾ ਕਰੋਨਾ ਤੋਂ ਬਾਹਰ ਆ ਗਿਆ ਉਹਨੂੰ ਇਹ ਲੱਗਦਾ ਯਾਰ ਮੈਨੂੰ ਕਿਤੇ ਦੁਬਾਰਾ ਤਾਂ ਨਹੀਂ ਹੋ ਜਾਊਗਾ। ਲੰਬੇ ਸਮੇਂ ਲਈ ਉਹ ਆਈਸੋਲੇਸ਼ਨ ਪੀਰੀਅਡ 'ਚ ਰਹੇ ਨੇ। ਕਈ ਸਾਰੇ ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਵੀ ਯਾਰ ਅਗਰ ਕਿਸੇ ਤੋਂ ਸੁਣ ਲੈਂਦੇ ਵੀ ਰੀਇਨਫੈਕਸ਼ਨ ਹੋ ਗਈ ਜੀ, ਅਗਰ ਸਾਨੂੰ ਬਿਮਾਰੀ ਦੁਬਾਰਾ ਲੱਗਦੀ, ਉਹਨੂੰ ਲੱਗਦਾ ਵੀ ਮੈਂ 14 ਦਿਨ ਲਈ ਮੈਨੂੰ ਫਿਰ ਕੁਆਰੰਟਾਈਨ ਕੀਤਾ ਜਾਊਗਾ, ਉਸ ਤੋਂ ਬਾਅਦ ਮੈਂ ਫਿਰ 2 ਮਹੀਨੇ ਆਪਣੀ ਜੌਬ ਤੋਂ ਰਹੂੰਗਾ। ਉਹਦੇ ਕਰਕੇ ਦਿਮਾਗੀ ਪਰੇਸ਼ਾਨੀਆਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵੱਧ ਗਿਆ। ਸਭ ਤੋਂ ਵੱਡੀ ਸਮੱਸਿਆ ਲੋਕਾਂ ਨੂੰ ਨੀਂਦ ਹੀ ਆਉਣੀ ਬੰਦ ਹੋ ਗਈ ਹੈ ਜੀ। ਜਿਹੜੇ ਫਲੈਸ਼ਬੈਕਸ ਨੇ, ਮਤਲਬ ਉਹ ਸਾਰਾ ਸਟ੍ਰੈਸ ਕੁਆਰੰਟਾਈਨ ਪੀਰੀਅਡ ਦਾ ਲੈ ਕੇ ਆਈਸੋਲੇਸ਼ਨ ਦਾ, ਲੋਕਾਂ ਤੋਂ ਚੀਜ਼ਾਂ ਸੁਣਨੀਆਂ, ਉਹਨਾਂ ਦੇ ਪਰਿਵਾਰਾਂ ਨੂੰ ਮਹੱਲਿਆਂ ਦੇ ਵਿੱਚ ਆਈਸੋਲੇਟ ਕਰ ਦੇਣਾ, ਇਹ ਬਹੁਤ ਬੜੀ ਸਮੱਸਿਆ ਬਣ ਗਈ ਹੈ ਲੋਕਾਂ ਦੀ। ਨੀਂਦ ਨਹੀਂ ਆਉਂਦੀ ਜੀ ਲੋਕਾਂ ਨੂੰ। ਸਾਡੇ ਕੋਲ ਆ ਕੇ ਲੋਕ ਇਹੀ ਕਹਿੰਦੇ ਡਾਕਟਰ ਸਾਹਿਬ ਨੀਂਦ ਨਹੀਂ ਆਉਂਦੀ। ਤੁਸੀਂ ਜਦੋਂ ਹਿਸਟਰੀ ਸਾਰੀ ਲੈਂਦੇ ਹੋ ਫਿਰ ਤੁਹਾਨੂੰ ਮਰੀਜ਼ ਹੌਲੀ ਦੱਸਦਾ ਡਾਕਟਰ ਸਾਹਿਬ ਮੈਂ ਤਾਂ ਇਸ ਕਰਕੇ ਤੁਹਾਨੂੰ ਦੱਸਿਆ ਨਹੀਂ ਕੋਵਿਡ ਕਰਕੇ ਵੀ ਤੁਸੀਂ ਸਾਨੂੰ ਕੀ ਪਤਾ ਇਲਾਜ ਨਾ ਕਰੋ। ਕਿਉਂਕਿ ਸੋਸਾਇਟੀ ਦੇ ਵਿੱਚ ਇੱਕ ਨਵੀਂ ਡਿਸਕ੍ਰਿਮੀਨੇਸ਼ਨ ਸ਼ੁਰੂ ਹੋ ਗਿਆ ਵੀ ਯਾਰ ਕੋਵਿਡ ਦਾ ਮਰੀਜ਼ ਸ਼ੁਰੂ ਹੋ ਗਿਆ, ਇਹ ਹੁਣ ਇਨਫੈਕਸ਼ਨ ਆ ਗਈ, ਇਹ ਸਾਰੀ ਦੁਨੀਆ ਨੂੰ ਇਨਫੈਕਟ ਕਰੂਗਾ। ਅੱਜ ਵੀ ਤੁਸੀਂ ਦੇਖੋ ਜੇ ਉਹਦੇ ਨਾਲ ਕੋਈ ਅਟੈਂਡੈਂਟ ਹੀ ਨਹੀਂ ਆਉਂਦਾ, ਮਰੀਜ਼ ਇਕੱਲਾ ਹੀ ਤੁਰਿਆ ਫਿਰਦਾ ਹੈਗਾ, ਤੇ ਇਹ ਬਹੁਤ ਬੜਾ ਇਸ਼ੂ ਬਣ ਗਿਆ। ਦੂਸਰੀ ਗੱਲ ਜਿਹੜੀ ਹੈ ਕਿ ਜਿਹੜੇ ਲੋਕ ਡੇਲੀ ਕੰਮਕਾਜੀ ਦੇ ਲੋਕ ਸੀਗੇ ਉਹਨਾਂ ਦੀ ਜੌਬ ਚਲੀ ਗਈ ਹੈ। ਅਗਲਾ ਕਹਿੰਦਾ ਤੂੰ ਆਇਆ ਨਹੀਂ ਜੀ, ਅਗਲਾ ਕਹਿੰਦਾ ਮੈਂ ਜੀ ਪਿਛਲੇ 10-15 ਦਿਨਾਂ ਤੋਂ ਮੈਂ ਬਿਮਾਰ ਸੀ, ਜਾਇਆ ਨਹੀਂ, ਤੂੰ ਆਪਣਾ ਕੋਵਿਡ ਚੈੱਕ ਕਰਾ ਕੇ ਆ। ਲੋਕੀ ਡਰਦੇ ਮਾਰੇ ਇਸ ਲਈ ਝੂਠ ਬੋਲ ਦਿੰਦੇ ਨੇ ਜੀ, ਸਾਨੂੰ ਤਾਂ ਬੁਖਾਰ ਹੀ ਨਹੀਂ ਹੋਇਆ ਜੀ, ਉਹੀ ਬਿਮਾਰੀ ਲੈ ਕੇ ਚੱਲੀ ਜਾਂਦੇ ਨੇ। ਨੌਕਰੀਆਂ ਤੋਂ ਬਹੁਤ ਲੋਕ ਚਲੇ ਗਏ ਨੇ ਜੀ। ਘਰਾਂ ਦੇ ਵਿੱਚ ਜਿਹੜੀ ਕੰਮ ਸਫਾਈ ਕਰਮਚਾਰੀ ਸੀਗੇ, ਛੋਟੇ ਕੰਮ ਵਾਲੀਆਂ ਸੀਗੀਆਂ, ਲੋਕਾਂ ਨੇ ਘਰਾਂ ਚੋਂ ਕੱਢਤੀਆਂ, ਜਿਹਦੇ ਕਰਕੇ ਪਰੇਸ਼ਾਨੀ ਬਹੁਤ ਜ਼ਿਆਦਾ ਲੋਕਾਂ ਨੂੰ ਵੱਧ ਰਹੀ ਹੈ। ਔਰ ਲੋਕੀ ਇਸੇ ਚੀਜ਼ ਨਾਲ ਹਸਪਤਾਲਾਂ 'ਚ ਮੈਡੀਕਲ ਪ੍ਰੋਬਲਮ ਤਾਂ ਐਗਜ਼ਿਸਟ ਕਰ ਹੀ ਰਹੀ ਹੈ। ਜਿਨ੍ਹਾਂ ਨੂੰ ਮੈਡੀਕਲ ਸਪੈਸ਼ਲਿਸਟ ਜੀ ਤੋੜ ਕੇ ਦੱਸ ਰਹੇ ਨੇ,
ਉਹ ਸਮਝਾ ਵੀ ਰਹੇ ਨੇ ਵੀ ਭਾਈ ਇਹਦੀ ਇਨਫੈਕਸ਼ਨ ਇੰਨਾ ਚਿਰ 'ਚ ਖਤਮ ਹੋ ਜੂ, ਬਟ ਜਿਹੜਾ ਮੈਂਟਲ ਬਲੌਕ ਲੋਕਾਂ ਦੇ ਲੱਗ ਗਿਆ ਉਹ ਜ਼ਿਆਦਾ ਪਰੇਸ਼ਾਨ ਕਰ ਰਿਹਾ। ਕਿੰਨੇ ਕੁ ਪੇਸ਼ੈਂਟਸ ਆ ਰਹੇ ਨੇ ਕੋਵਿਡ ਤੋਂ ਠੀਕ ਹੋ ਕੇ ਜਿਹੜੇ ਮੈਂਟਲ ਪ੍ਰੋਬਲਮ ਵਾਸਤੇ, ਕਿੰਨੇ ਕੁ ਪੇਸ਼ੈਂਟਸ ਤੁਹਾਡੇ ਕੋਲ ਇੱਥੇ ਆ ਰਹੇ ਨੇ? ਸਾਨੂੰ 2 ਤੋਂ 3 ਪੇਸ਼ੈਂਟ ਨਵੇਂ ਡੇਲੀ ਮਿਲਦੇ ਨੇ ਜੀ ਹਸਪਤਾਲ 'ਚ। ਜਦੋਂ ਅਸੀਂ ਹਿਸਟਰੀ ਟੈਸਟ ਕਰਦੇ ਹਾਂ ਵੀ ਇਹਨਾਂ ਨੂੰ ਕੋਵਿਡ ਹੋ ਚੁੱਕਿਆ ਜੀ, ਤਾਂ ਉਹ ਸਾਡੇ ਕੋਲ ਇਸ ਬਿਮਾਰੀ ਦੇ ਨਾਲ ਆ ਰਹੇ ਨੇ ਜੀ। ਅੱਛਾ, ਕਈ ਲੋਕਾਂ ਦੇ ਵਿੱਚ ਨਸ਼ੇ ਦੀ ਮਾਤਰਾ ਵੀ ਵੱਧ ਗਈ ਹੈ ਜੀ। ਅਗਲਾ ਕਹਿੰਦਾ ਡਾਕਟਰ ਸਾਹਿਬ ਹੁਣ ਤਾਂ ਨੀਂਦ ਆਉਣੀ ਬੰਦ ਹੋ ਗਈ ਹੈ ਜੀ, ਤਾਂ ਇਸ ਲਈ ਸਾਨੂੰ ਕਿਸੇ ਨੇ ਕਹਿ ਤਾ, ਜਿਵੇਂ ਆਪਾਂ ਆਮ ਲੋਕਾਂ ਤੋਂ ਹੁੰਦੇ, ਅਗਲਾ ਕਹਿੰਦਾ ਜੀ ਥੋੜ੍ਹੀ ਜੀ ਕਿਸੇ ਵੀ ਨਸ਼ਾ ਯੂਜ਼ ਕਰ ਲਓ ਨੀਂਦ ਆ ਜੂ, ਤਾਂ ਉਹਨਾਂ ਲੋਕਾਂ ਦੇ ਵਿੱਚ ਨਸ਼ੇ ਦੀ ਮਾਤਰਾ ਵੱਧ ਗਈ ਹੈ ਜੀ। ਜਿਹੜੇ ਆਈਸੋਲੇਸ਼ਨ 'ਚ ਰਹਿੰਦੇ ਨੇ, ਅਗਲਾ ਕਹਿੰਦਾ ਘਰੋਂ ਮੈਂ ਕਿਤੇ ਜਾਣਾ ਨਹੀਂ। ਜਿਹੜਾ ਘਰੋਂ ਨਹੀਂ ਹੈ ਨਾ, ਐਕਚੁਅਲੀ ਲੋਕਾਂ ਨੇ ਇਹਨੂੰ ਗਲਤ ਧਾਰਨਾ 'ਚ ਲੈ ਲਿੱਤਾ। ਤੁਹਾਡੇ ਦੇ ਉੱਤੇ ਇਹ ਰਿਸਟ੍ਰਿਕਸ਼ਨਸ ਇੰਪੋਜ਼ ਨਹੀਂ ਕੀਤੀਆਂ ਗਈਆਂ, ਤੁਹਾਡੀ ਸੇਫਟੀ ਮਈਜ਼ ਲਈ ਸਰਕਾਰ ਕਰ ਰਹੀ ਹੈ, ਸਾਰੇ ਡਾਕਟਰ ਇਸੇ ਚੀਜ਼ ਲਈ ਲੱਗੇ ਹੋਏ ਨੇ, ਬਟ ਲੋਕਾਂ ਨੇ ਇਹਨੂੰ ਲੈ ਲਿੱਤਾ ਵੀ ਸਾਨੂੰ ਕੀਤਾ ਗਿਆ ਜੀ, ਮਜਬੂਰ ਹੋ ਗਏ ਅਸੀਂ, ਇਸ ਲਈ ਅਸੀਂ ਸ਼ਰਾਬ ਪੀ ਰਹੇ ਹਾਂ, ਅਦਰਵਾਈਜ਼ ਨਹੀਂ ਪੀਂਦੇ। ਤਾਂ ਨਸ਼ੇ ਦੀ ਮਾਤਰਾ ਵੀ ਲੋਕਾਂ 'ਚ ਵੱਧ ਗਈ ਜੀ। ਡਾਕਟਰ ਪੰਕਜ, ਜਿਸ ਤਰ੍ਹਾਂ ਗੱਲ ਕਰ ਰਹੇ ਡਾਕਟਰ ਸਾਹਿਬ ਕਿ ਲੋਕਾਂ ਦੇ ਵਿੱਚ ਆ ਕਾਫੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ, ਨਾਲ ਨਾਲ ਹੋਰ ਵੀ ਦੇਖਣ ਨੂੰ ਮਿਲਦਾ ਕਿ ਜਦੋਂ ਆਪਣੀ ਉਹ ਕਿਸੇ ਨੋਨ ਦੇ ਵਿੱਚ ਕਿਸੇ ਸੁਣਦੇ ਆ ਕਿ ਕੋਵਿਡ ਪੇਸ਼ੈਂਟ ਦੇ ਕਿਸੇ 22 ਸਾਲ ਦੇ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਆ, 30 ਸਾਲ ਦੇ, ਉਹਨਾਂ ਨੂੰ ਵੀ ਡਰ ਲੱਗਣ ਲੱਗ ਜਾਂਦਾ। ਭਾਵੇਂ ਅੰਦਰੋਂ ਕਹੀ ਜਾਂ ਨਹੀਂ ਕਰੋਨਾ ਤੋਂ ਅਸੀਂ ਡਰਨਾ ਨਹੀਂ, ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਡਰ ਬੈਠ ਜਾਂਦਾ ਆ ਕੇ ਕਿ ਉਹ ਇੰਨਾ ਜਵਾਨ ਸੀ, ਇੰਨੀ ਉਹਦੀ ਉਮਰ ਸੀ, ਉਹ ਕਰੋਨਾ ਕਰਕੇ ਹੋ ਜਾਏਗਾ, ਮੈਨੂੰ ਨਾ ਕਿਤੇ ਹੋ ਜਾਵੇ, ਮੈਂ ਇਕੱਲਾ ਘਰ 'ਚ ਕਮਾਉਣ ਵਾਲਾ ਵੀ, ਮੈਨੂੰ ਨਾ ਕੁਝ ਹੋ ਜੇ। ਇਸ ਚੱਕਰ ਦੇ ਵਿੱਚ ਵੀ ਉਹ ਆਪਣੇ ਦਿਮਾਗ ਤੇ ਕਾਫੀ ਬੋਝ ਪਾ ਲੈਂਦਾ। ਦੇਖੋ, ਆਪਣੀ ਭਾਰਤ ਦੀ ਸੁਸਾਇਟੀ ਹੈਗੀ ਆ, ਉਹ ਸਾਰੀ ਸੁਸਾਇਟੀ ਇੱਕ ਵਰਗ ਦੇ ਵਿੱਚ ਬਣੀ ਹੋਈ ਹੈ, ਜਿੱਥੇ ਬੰਦਾ ਕੰਮ ਕਰਦਾ ਅਤੇ ਲੇਡੀਜ਼ ਘਰ ਦਾ ਕੰਮ ਸਾਂਭਦੀਆਂ ਨੇ। ਮੋਰਲੈਸ ਦੇਖਿਆ ਜਾਵੇ ਕਿ ਪੂਰਾ ਘਰ ਦਾ ਦਾਰੋਮਦਾਰ ਉਹ 2 ਬੰਦਿਆਂ ਦੇ ਉੱਤੇ ਹੀ ਹੁੰਦਾ ਹੈਗਾ। ਉਹ ਕਮਾ ਕੇ ਲੈ ਕੇ ਆਊਗਾ, ਘਰ ਦੇ ਖਾਣਾ ਖਾਣਗੇ। ਐਂਡ ਇਹੀ ਇੱਕ ਚੀਜ਼ ਨੂੰ ਜਦੋਂ ਇੱਕ ਬੰਦੇ ਨੂੰ ਹੋ ਜਾਂਦਾ ਤਾਂ ਉਹਨੂੰ ਇਹ ਲੱਗਦਾ ਕਿ ਅਗਰ ਮੈਂ ਇਨਫੈਕਟ ਹੋ ਗਿਆ ਤਾਂ ਮੇਰੇ ਘਰ ਦੀ ਰੋਟੀ ਚੱਲ ਜਾਏਗੀ, ਮਤਲਬ ਮੇਰੀ ਇਕੱਲੇ ਨੂੰ ਬਿਮਾਰੀ ਨਹੀਂ ਲੱਗੇਗੀ, ਮੇਰੀ ਪੂਰੀ ਪਰਿਵਾਰ ਨੂੰ ਬਿਮਾਰੀ ਲੱਗੂ। ਉਹ ਪਰਿਵਾਰ ਨੂੰ ਬਚਾਉਣ ਲਈ ਜਾਂ ਝੂਠ ਬੋਲ ਜਾਂਦਾ, ਜਾਂ ਉਹ ਇਨਫੈਕਟ ਕਰਕੇ ਦੂਜਿਆਂ ਨੂੰ ਇਨਫੈਕਟ ਕਰਦਾ। ਤੀਜੀ ਗੱਲ ਹੋ ਜਾਂਦੀ ਹੈ ਕਿ ਜਦੋਂ ਮੀਡੀਆ ਨੇ ਇਸ ਚੀਜ਼ ਨੂੰ ਕਵਰ ਕੀਤਾ ਹੈ, ਤਾਂ ਉਹਨਾਂ ਨੇ ਇੱਕ ਬਿਊਟੀਫੁਲੀ ਕਵਰ ਕੀਤਾ ਕਿ ਇਹ ਬਿਮਾਰੀ 14 ਦਿਨਾਂ ਤੋਂ ਬਾਅਦ ਇਹ ਨੈਗੇਟਿਵ ਹੋ ਜਾਣੀ ਹੈ, ਡੋਂਟ ਵੈਰੀ, ਤੁਸੀਂ 14 ਦਿਨ ਲਈ ਕੁਆਰੰਟਾਈਨ ਰਹੋਗੇ, ਕਿਸੇ ਹੋਰ ਨੂੰ ਪ੍ਰੋਬਲਮ ਨਹੀਂ ਆਏਗੀ। ਬਟ ਜਦੋਂ ਇਹਨਾਂ ਨੂੰ ਪਬਲਿਕ ਨੇ ਇਹਨਾਂ ਨੂੰ ਐਜ਼ ਏ ਮੈਸੇਜ ਜਿੱਦਾਂ ਕਨਵੇ ਕੀਤਾ, ਇੱਕ ਤੋਂ ਇੱਕ, ਦੂਜੇ ਤੋਂ ਦੂਜੇ, ਦੂਜੇ ਤੋਂ ਤੀਜੇ ਤੇ, ਤਾਂ ਕਨਵੇ ਹੋ ਕੇ ਆਇਆ ਕਿ ਜਿਹੜਾ ਇੱਕ ਵਾਰੀ ਬਿਮਾਰ ਹੋ ਗਿਆ ਉਹਨੇ ਬਹੁਤ ਸਾਰਿਆਂ ਨੂੰ ਬਿਮਾਰ ਕਰ ਦੇਣਾ। ਇਸ ਕਰਕੇ ਡਰ ਦਾ ਮਾਹੌਲ ਬ੍ਰੇਨ ਨੂੰ ਬਲੌਕ ਕਰ ਦਿੰਦਾ ਹੈ ਕਿ ਮੈਂ ਨਾ ਗੱਲ ਕਰਾਂ। ਜੇ ਕੋਈ ਬੰਦਾ ਆਉਂਦਾ ਵੀ ਹੈ ਤਾਂ ਕਹਿ ਦਿੰਦੇ ਦਰਵਾਜ਼ੇ ਤੋਂ ਹੈ ਨਹੀਂ, ਜੇ ਆ ਵੀ ਅੰਦਰ ਜਾਂਦਾ ਤਾਂ ਉਹ ਤੋਂ ਇੰਨੀ ਕੁ ਦੂਰ ਬਹਿੰਦੇ, ਚਾਹ ਵੀ ਨਹੀਂ ਪੁੱਛਦੇ ਹੈਗੇ। ਫਿਰ ਉਹ ਭਾਈਚਾਰਾ ਹੌਲੀ ਹੌਲੀ ਖਤਮ ਹੋ ਰਿਹਾ, ਜਿਸ ਭਾਈਚਾਰੇ ਲਈ ਆਪਾਂ ਮਸ਼ਹੂਰ ਹੈਗੇ। ਤੇ ਵਹਿਮ ਦੀ ਵੀ ਬਿਮਾਰੀ ਜਿਹੜੀ ਹੈ ਲੋਕਾਂ ਦੇ ਵਿੱਚ ਕਾਫੀ ਵਧਣੀ ਸ਼ੁਰੂ ਹੋ ਗਈ ਹੈ। ਇੱਕ ਬੰਦਾ ਜਿਹੜਾ ਕੋਵਿਡ ਤੋਂ ਠੀਕ ਹੋ ਗਿਆ, ਉਸ ਨੂੰ ਬਾਰ-ਬਾਰ ਇਹੀ ਵਹਿਮ ਲੱਗਿਆ ਰਹਿੰਦਾ, ਮੈਂ ਦੁਬਾਰਾ ਨਾ ਪੋਜ਼ਿਟਿਵ ਹੋ ਜਾ, ਮੈਂ ਇੱਦਾਂ ਕਰਾਂ, ਮੈਂ ਉੱਦਾਂ ਕਰਾਂ। ਉਸ ਚੱਕਰ ਦੇ ਵਿੱਚ ਵੀ ਉਹ ਆਪਣਾ ਕਾਫੀ ਨੁਕਸਾਨ ਕਰ ਲੈਂਦਾ। ਹਾਂ, ਜਿਹੜੇ ਵਹਿਮ ਹੈਗਾ, ਵਹਿਮ ਦੀ ਬਿਮਾਰੀ, ਇਹਨੂੰ ਆਪਾਂ OCD ਬੋਲਦੇ ਹਾਂ। ਉਹਦੇ 'ਚ ਹੁੰਦਾ ਹੀ ਇਹ ਹੈ ਕਿ ਇੱਕ ਤਰ੍ਹਾਂ ਦਾ ਥਾਟ ਆ ਗਿਆ, ਉਹ ਆਪਣੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਅਤੇ ਉਹਦੇ ਨਾਲ ਆਪਾਂ ਨੂੰ ਘਬਰਾਹਟ ਹੁੰਦੀ ਹੈ। ਪਰ ਜੇ ਉਹ ਦੇਖਿਆ ਜਾਵੇ, ਜੋ ਬਿਮਾਰੀ ਆਪਾਂ ਨੂੰ ਪਤਾ ਹੈ ਵੀ ਇੱਕ ਵਾਰੀ ਹੋ ਕੇ ਦੂਜੀ ਵਾਰੀ ਇਹਦੀ ਇਮਿਊਨਿਟੀ ਬਣ ਜਾਂਦੀ ਹੈਗੀ ਹੈ, ਪਲੱਸ ਜਿਹੜੀ ਫੈਲਣ ਦੇ ਤਰੀਕੇ 2 ਹੀ ਨੇ ਵੀ ਇਹ ਆਪਣੇ ਜਿਹੜੇ ਵੇਪਰਸ ਹੈਗੇ ਉਹ ਤੋਂ ਨਿਕਲ ਕੇ ਹੀ ਦੂਜੇ ਤੱਕ ਪਹੁੰਚਣਾ। ਅਗਰ ਇਹ 2 ਮੇਜਰ ਪ੍ਰੋਪਰਲੀ ਲਈ ਜਾਣ ਤਾਂ ਠੀਕ ਰਹਿਣਗੇ। ਜਿਹੜਾ ਸੈਕੰਡ ਮੈਸੇਜ ਹੈ ਉਹ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਅਤੇ ਪਹਿਲੇ ਮੈਸੇਜ ਨੂੰ ਦਿਮਾਗ 'ਚ ਘੁਮਾ ਕੇ ਇਸ ਬਿਮਾਰੀ ਨੂੰ ਵਧਾ ਲਿਆ। ਅਕਸਰ ਸਰ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਕਿ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ, ਪਰ ਜਦੋਂ ਇੱਦਾਂ ਦਾ ਕੋਈ ਵਹਿਮ ਪੈ ਜਾਂਦਾ ਲੋਕਾਂ ਨੂੰ, ਕਾਫੀ ਜਿਹੜਾ ਨੁਕਸਾਨਦਾਈ ਹੁੰਦਾ, ਉਹਦਾ ਕੋਈ ਇਲਾਜ ਹੁੰਦਾ ਨਹੀਂ। ਜਿਹੜੀ OCD ਨਾਮ ਦੀ ਬਿਮਾਰੀ, ਉਹ ਟੋਟਲੀ 100% ਆਪਾਂ ਕਾਫੀ ਹੱਦ ਤੱਕ ਕਿਉਰ ਕਰ ਸਕਦੇ ਹਾਂ। ਉਹਦੇ 'ਚ ਕਾਫੀ ਮੈਨੇਜਮੈਂਟ ਆਫ ਮੈਡੀਸਨ ਦਾ ਰੋਲ ਹੈਗਾ ਅਤੇ ਨਾਲ ਕਾਉਂਸਲਿੰਗ ਦਾ ਰੋਲ ਹੈਗਾ। ਉਹ ਦੋਨੇ ਰੋਲਸ ਇਕੱਠੇ ਹੋ ਕੇ ਹੀ ਬਿਮਾਰੀ ਨੂੰ ਖਤਮ ਕਰਦੇ ਹਾਂ ਆਪਾਂ। ਇੱਕ ਸਰ, ਜਿਸ ਤਰ੍ਹਾਂ ਬੱਚਿਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਅੱਜ ਕੱਲ੍ਹ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਬੱਚੇ ਪਹਿਲਾਂ ਰੋਜ਼ ਸਕੂਲ ਜਾਂਦੇ ਸੀਗੇ, ਖੇਡਦੇ ਸੀਗੇ ਬਾਹਰ, ਉਹਨਾਂ ਦਾ ਉਹ ਵੀ ਸਭ ਕੁਝ ਰੁਕ ਚੁੱਕਿਆ। ਹੁਣ ਇੱਕ ਉਹਨਾਂ ਦੇ ਮੋਬਾਈਲ ਦੀ ਇਹ ਆਸ-ਪਾਸ, ਉਹਨਾਂ ਦੀ ਪੜ੍ਹਾਈ ਵੀ ਮੋਬਾਈਲ ਦੇ ਆਸ-ਪਾਸ ਹੀ ਰਹਿ ਗਈ ਹੈ ਅਤੇ ਉਹਨਾਂ ਦਾ ਖੇਡਣਾ ਵੀ ਮੋਬਾਈਲ ਦੇ ਆਸ-ਪਾਸ ਹੀ ਰਹਿ ਗਿਆ, ਜਿਹਦੇ ਕਰਕੇ ਉਹਨਾਂ ਦੇ ਵੀ ਦਿਮਾਗ 'ਤੇ ਕਾਫੀ ਅਸਰ ਪੈ ਰਿਹਾ। ਆਪਾਂ ਬਹੁਤ ਘੱਟ ਹੁੰਦੇ ਆ ਕਿ ਡਿਪਰੈਸ਼ਨ ਦੇ ਜਿਹੜੇ ਬੱਚੇ ਆਉਂਦੇ ਨੇ, ਕਿਉਂਕਿ ਆਉਣ ਤੋਂ ਕਈ ਪੇਰੈਂਟਸ ਡਰਦੇ ਵੀ ਨੇ, ਤਾਂ ਵੀ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਨਵੇਂ ਉਹ ਬੱਚਿਆਂ ਨੂੰ ਕਿਵੇਂ ਉਹ ਬਚਾ ਰੱਖ ਸਕਦੇ ਆਪਣਾ, ਜਾਂ ਕਿਵੇਂ ਉਹ ਡਿਪਰੈਸ਼ਨ ਦੀ ਬਿਮਾਰੀ ਤੋਂ ਦੂਰ ਰਹਿ ਸਕਦੇ ਨੇ? ਦੇਖੋ, ਜਿਹੜਾ ਲਾਕਡਾਊਨ ਇੰਪੋਜ਼ ਕੀਤਾ ਗਿਆ ਸੀ ਗਵਰਨਮੈਂਟ ਨੇ, ਉਹ ਕੀਤਾ ਸੀ ਵੀ ਇਨਫੈਕਸ਼ਨ ਜਿਹੜੀ ਅੱਗੇ ਨਾ ਵਧੇ। ਇਹ ਮਹਾਂਮਾਰੀ ਨਵੀਂ ਆਈ ਸੀ, ਕਿਸੇ ਨੂੰ ਕਿਸੇ ਇਹਦੇ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਸੀ। ਹੁਣ ਆਪਾਂ ਨੂੰ ਕਾਫੀ ਰਿਸਰਚ ਡਾਟਾ ਮਿਲ ਚੁੱਕਾ, ਦੈਟ ਇਜ਼ ਵਾਈ ਹੌਲੀ ਹੌਲੀ ਰਿਸਟ੍ਰਿਕਸ਼ਨਸ ਗਵਰਨਮੈਂਟ ਖਤਮ ਕਰ ਰਹੀ ਹੈ। ਜਦੋਂ ਸ਼ੁਰੂਆਤ ਦੇ ਵਿੱਚ ਆਪਾਂ ਇਕੱਠੇ ਕਰ ਸਕੇ ਤਾਂ ਉਹ ਟਮਾ ਮੋਬਾਈਲ 'ਤੇ ਗੁਜ਼ਾਰਨ ਦੀ ਬਜਾਏ ਜੇ ਪਰਿਵਾਰ ਇਕੱਠਾ ਹੋ ਕੇ ਕਰਦਾ ਤਾਂ ਸਾਰੇ ਕੰਮ ਠੀਕ ਸੀ। ਅਤੇ ਪਰ ਕਈ ਪਰਿਵਾਰਾਂ ਨੇ ਕੀਤਾ ਵੀ ਹੈ। ਬਹੁਤ ਘੱਟ ਪਰਿਵਾਰ ਸੀ ਜਿਨ੍ਹਾਂ ਨੇ ਆਪਣੇ ਲਈ ਆਈਪੈਡ ਲੈ ਲਏ ਅਤੇ ਸੀਰੀਜ਼ ਵਗੈਰਾ ਦੇਖਣ ਲੱਗ ਪਏ, ਅਤੇ ਬੱਚਿਆਂ ਨੇ ਆਪਣੇ ਆਪ ਨੂੰ ਲੈ ਲਿਆ। ਇਹ ਵੀ ਇੱਕ ਇੰਟਰਨੈਟ ਐਡਿਕਸ਼ਨ ਵੀ ਇੱਕ ਨਾਮ ਦੀ ਬਿਮਾਰੀ ਆ ਚੁੱਕੀ ਹੈ, ਜਿਹਦੇ 'ਚ ਬੱਚਾ ਰਹਿ ਹੀ ਨਹੀਂ ਪਾ ਰਿਹਾ 1-2 ਮਿੰਟ ਵੀ। ਅਗਰ ਤੁਸੀਂ ਉਹ ਤੋਂ ਖੋਹ ਲੈਂਦੇ ਹੋ ਤਾਂ ਰੋਟੀ ਨਹੀਂ ਖਾਊਗਾ, ਅਤੇ ਉਹ ਹੌਲੀ ਹੌਲੀ ਉਹ ਵੀ ਇੱਕ ਸਮਾਜ ਦੇ ਵਿੱਚ ਘੁਸ ਰਿਹਾ ਹੈਗਾ। ਇਹਨੂੰ ਰੋਕਣ ਲਈ 2 ਤਰੀਕੇ ਨੇ। ਇੱਕ ਤਾਂ ਕੁਆਲਿਟੀ ਟਾਈਮ ਆਪਣਾ ਬੱਚਿਆਂ ਨਾਲ ਗੁਜ਼ਾਰੋ, ਮਾਂ-ਬਾਪ ਬੱਚਿਆਂ ਨਾਲ ਬੈਠਣ, ਰੋਟੀ ਪਾਣੀ ਇਕੱਠੇ ਖਾਣ, ਥੋੜ੍ਹਾ ਜਿਹਾ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੀ ਅੰਦਰਲੀ ਜਿਗਿਆਸਾ ਉਹ ਵੀ ਦੱਸਣ ਵੀ ਉਹ ਕੀ ਹੈਗੇ, ਕਿਉਂਕਿ ਉਹ ਵੀ ਵਿਹਲੇ ਰਹਿੰਦੇ ਨੇ ਪੂਰਾ ਦਿਨ।
ਅਗਰ ਮਾਪੇ ਕੰਮ ਤੇ ਆ ਜਾਂਦੇ ਤਾਂ ਬੱਚੇ ਵੀ ਤਾਂ ਇਕੱਲੇ ਘਰ ਇਕੱਲੇ ਨੇ ਨਾ, ਉਹਨਾਂ ਕੋਲ ਕੋਈ ਐਂਟਰਟੇਨਮੈਂਟ ਸੋਰਸ ਨਹੀਂ, ਬਿਕੋਜ਼ ਤੁਸੀਂ ਹੀ ਉਹਨਾਂ ਨੂੰ ਇੰਸਟਰਕਟ ਕੀਤਾ ਕਿ ਬਾਹਰ ਨਹੀਂ ਜਾਣਾ ਬੇਟਾ। ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਉਹਨਾਂ ਦੀ ਜਿਹੜੀ ਪੇਂਟਿੰਗ ਹੈਗੀ ਆ, ਜਾਂ ਉਹਨਾਂ ਦਾ ਕੋਈ ਕੁਕਿੰਗ ਦਾ ਸ਼ੌਂਕ ਹੈ, ਜਾਂ ਕੋਈ ਜਿਹੜੇ ਉਹਨਾਂ ਦੀ ਅੰਦਰਲੀ ਸ਼ੌਂਕ ਨੇ, ਉਹਨਾਂ ਨੂੰ ਬਾਹਰ ਉਜਾਗਰ ਕੀਤਾ ਜਾਵੇ। ਡਾਕਟਰ ਰੁਪੇਸ਼, ਆਪਾਂ ਗੱਲ ਕਰ ਰਹੇ ਸੀ ਕਿ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਮਰੀਜ਼ ਵੱਧ ਰਹੇ ਨੇ ਪੋਸਟ ਕੋਵਿਡ ਤੋਂ ਬਾਅਦ, ਕੋਵਿਡ ਤੋਂ ਠੀਕ ਹੋਣ ਤੋਂ ਬਾਅਦ, ਪਰ ਕਈ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਡਿਪਰੈਸ਼ਨ ਦੇ ਮਰੀਜ਼ ਨੇ ਜਾਂ ਐਂਗਜ਼ਾਇਟੀ ਦੇ ਮਰੀਜ਼ ਨੇ। ਸਾਇੰਸ ਕੀ ਨੇ ਕਿ ਬੰਦੇ ਨੂੰ ਪਤਾ ਲੱਗੇ ਕਿ ਉਹ ਡਿਪਰੈਸ਼ਨ ਦਾ ਮਰੀਜ਼ ਹੈ ਜਾਂ ਐਂਗਜ਼ਾਇਟੀ ਦੇ ਉਹਨੂੰ ਪ੍ਰੋਬਲਮ ਹੈ? ਉਹਦੇ ਕੀ ਸਾਇੰਸ ਨੇ ਜਿਹਦੇ ਨਾਲ ਉਹਨੂੰ ਪਤਾ ਲੱਗ ਸਕੇ ਵੀ ਮੈਨੂੰ ਇਹ ਪ੍ਰੋਬਲਮ ਹੈ ਤੇ ਉਹਦਾ ਹੱਲ ਕੀ ਕਰ ਸਕਦਾ? ਦੇਖੋ, ਸਭ ਤੋਂ ਵੱਡੀ ਇੱਕ ਟਰਮੀਨੋਲੋਜੀ ਹੁੰਦੀ ਸਾਈਕੋਸੋਮੈਟਿਕ। ਸਾਈਕੋਸੋਮੈਟਿਕ ਮੀਨਸ ਬਹੁਤ ਸਾਰੇ ਐਸਲੀ ਸਰੀਰਕ ਸਿੰਪਟਮ ਹੁੰਦੇ ਨੇ ਜਿਹਦੇ ਨਾਲ ਮਰੀਜ਼ ਨੂੰ ਪਤਾ, ਮਰੀਜ਼ ਨੂੰ ਹੁੰਦਾ, ਪਰ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਵੀ ਮੈਨੂੰ ਦਿੱਕਤ ਹੈ। ਲੋਕਾਂ ਦੇ ਮਨ 'ਚ ਇਹ ਧਾਰਨਾ ਵੀ ਡਿਪਰੈਸ਼ਨ ਮੀਨਸ ਉਦਾਸੀ ਆ ਜਾਣਾ, ਮਰਨ ਦੇ ਖਿਆਲ ਆਉਣਾ, ਜਦ ਕਿ ਡਿਪਰੈਸ਼ਨ ਇਸ ਤੋਂ ਉੱਪਰ ਉੱਠ ਕੇ ਵੀ ਹੈ। ਜ਼ਿਆਦਾਤਰ ਸੋਮੈਟਿਕ ਸਿੰਪਟਮ ਜਾਂ ਜਿਹਦੇ ਵਿੱਚ ਇਹ ਸਿੰਪਟਮ ਆਉਂਦੇ ਨੇ, ਜਿਵੇਂ ਮਰੀਜ਼ ਨੂੰ ਭੁੱਖ ਨਾ ਲੱਗਣਾ, ਨੀਂਦ ਘੱਟ ਜਾਣਾ, ਰਾਤ ਨੂੰ ਮਰੇ ਹੋਏ ਬੰਦਿਆਂ ਦੇ ਸੁਪਨੇ ਆਉਣੇ, ਪੁਰਾਣੀ ਚੀਜ਼ਾਂ ਨੂੰ ਯਾਦ ਕਰੀ ਜਾਣਾ, ਛੋਟੀ ਛੋਟੀ ਗੱਲ 'ਤੇ ਰੋਣ ਲੱਗ ਪੈਣਾ। ਜੇ ਟੀਵੀ ਚੱਲਦਾ ਉਹ ਕਹਿੰਦਾ ਡਾਕਟਰ ਸਾਹਿਬ ਮੈਨੂੰ ਕੋਈ ਮੋਸ਼ਨ ਸੀਨ ਆ ਜੀ, ਮੈਨੂੰ ਨਹੀਂ ਉਹਦੇ ਹੋ ਜਾਂਦੀ। ਭੁੱਖ ਲੱਗਣਾ ਬੰਦ ਹੋ ਜਾਣਾ, ਅਗਲਾ ਕਹਿੰਦਾ ਜੀ ਮੇਰਾ ਵਜ਼ਨ ਘੱਟ ਗਿਆ ਜੀ ਬਹੁਤ ਜ਼ਿਆਦਾ ਪਿਛਲੇ ਕੁਝ ਸਮੇਂ ਦੇ ਵਿੱਚੋਂ। ਸੁਭਾਅ ਦੇ ਵਿੱਚ ਚਿੜਚਿੜਾਪਨ ਆ ਜਾਣਾ, ਜਿਹੜਾ ਉਹਦਾ ਰੂਟੀਨ ਹੈ, ਜਿਵੇਂ ਨਿਊਜ਼ਪੇਪਰ ਪੜ੍ਹਨਾ ਸੀ, ਚਾਹੇ ਉਹ ਧਾਰਮਿਕ ਕੋਈ ਐਕਟੀਵਿਟੀ ਕਰਦਾ ਸੀ, ਉਸੇ ਤੋਂ ਬਿਲਕੁਲ ਉਲਟ ਹੋ ਜਾਣਾ। ਇਹ ਸਾਰੀਆਂ ਚੀਜ਼ਾਂ ਨੇ ਜੀ ਜਿਨ੍ਹਾਂ ਨਾਲ ਲੋਕੀ ਓਪੀਡੀਆਂ ਦੇ ਵਿੱਚ ਪ੍ਰੈਜ਼ੈਂਟ ਕਰਦੇ ਨੇ। ਅੱਛਾ, ਪਰ ਉਹ ਇਹ ਗੱਲ ਦੇ ਨੇ ਵੀ ਦਿਮਾਗੀ ਦਵਾਈ ਸਾਨੂੰ ਲੱਗ ਜੂਗੀ। ਲੋਕਾਂ 'ਚ ਇੱਕ ਬਹੁਤ ਬੜਾ ਸਟਿਗਮਾ ਹੈ ਸਾਈਕੈਟਰਿਸਟ ਨੂੰ ਲੈ ਕੇ ਵੀ ਸਾਨੂੰ ਇਹ ਦਿਮਾਗੀ ਦਵਾਈ ਲੱਗ ਜੂਗੀ, ਜਦ ਕਿ ਐਸਾ ਭਰਮ ਲੋਕਾਂ 'ਚ ਦੂਰ ਹੋਣਾ ਚਾਹੀਦਾ ਹੈ। ਤੁਹਾਡੇ ਚੈਨਲ ਰਸਤੇ ਅਸੀਂ ਸਮਝਾਉਣਾ ਵੀ ਚਾਹੁੰਦੇ ਹਾਂ ਵੀ ਦਿਮਾਗੀ ਬਿਮਾਰੀਆਂ ਕੋਈ ਪਰਮਾਨੈਂਟ ਬਿਮਾਰੀਆਂ ਨਹੀਂ ਹੈ। ਬਹੁਤ ਸਾਰੀ ਦਵਾਈਆਂ, ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਸਰੀਰ 'ਤੇ। ਆਮ ਨਾਰਮਲ ਬਿਮਾਰੀਆਂ ਵਰਗੀ ਬਿਮਾਰੀਆਂ, ਇਹਨਾਂ ਨੂੰ ਇੱਕ ਟਾਈਮ ਡਿਊਰੇਸ਼ਨ ਲਈ ਦਿੱਤਾ ਜਾਂਦਾ ਔਰ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਂਦੇ ਹੋ। ਦਵਾਈਆਂ ਦੇ ਨਾਲ ਨਾਲ ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਵੀ ਜਿਵੇਂ ਪੋਸਟ ਕੋਵਿਡ ਦਾ ਟਾਈਮ ਚੱਲਦਾ ਪਿਆ, ਹਲੇ ਵੀ ਲੋਕਾਂ ਨੂੰ ਇਤਿਹਾਤ ਵਰਤਣ ਦੀ ਲੋੜ ਹੈ। ਤੁਹਾਨੂੰ ਬਹੁਤ ਸਾਰੀ ਐਕਟੀਵਿਟੀਜ਼ ਜਿਵੇਂ ਯੋਗਾ, ਮੈਡੀਟੇਸ਼ਨ, ਡੀਪ ਬਰੀਥਿੰਗ ਐਕਸਰਸਾਈਜ਼, ਜਿਹਨੂੰ ਆਪਾਂ ਕਈ ਲੋਕੀ ਓਮ ਵਿਲੋਮ ਕਹਿੰਦੇ ਨੇ, ਅਸੀਂ ਲੋਕਾਂ ਨੂੰ ਇਹ ਤਾਂ ਸਲਾਹ ਨਹੀਂ ਦੇ ਸਕਦੇ ਵੀ ਬਾਹਰ ਜਾਓ, ਕਿਉਂਕਿ ਹੋ ਸਕਦਾ ਜੀ ਤੁਹਾਨੂੰ ਬਾਹਰੋਂ ਇਨਫੈਕਸ਼ਨ ਅਗਲਾ ਕਹਿੰਦਾ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਤਾਂ ਕਰਕੇ ਅਸੀਂ ਤਾਂ ਸੈਰ ਕਰਨਗੇ। ਆਪਣਾ ਇੱਕ ਫਿਕਸ ਰੂਟੀਨ ਬਣਾਓ, ਸਵੇਰੇ ਉੱਠਣ ਦਾ, ਰਾਤ ਨੂੰ ਸੌਣ ਦਾ। ਬੰਦੇ ਇਹ ਸੋਚ ਲੈਂਦਾ ਮੈਂ ਕਿਤੇ ਜਾਣਾ ਤਾਂ ਹੈ ਨਹੀਂ ਜੀ, ਮੈਂ 2 ਘੰਟੇ ਲੇਟ ਸੋ ਜਾਊਂਗਾ, ਰਾਤ ਨੂੰ ਅੱਧੀ ਰਾਤ ਤੱਕ ਟੀਵੀ ਦੇਖੀ ਜਾਣਾ। ਉਹਦੇ ਨਾਲ ਤੁਹਾਡੇ ਬੱਚਿਆਂ 'ਤੇ ਵੀ ਅਸਰ ਪੈਂਦਾ। ਤੁਸੀਂ ਆਪਣੇ ਬੱਚਿਆਂ ਨੂੰ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਨਵੀਂ ਇੰਟਰਨੈਟ ਐਡਿਕਸ਼ਨ ਦੀ ਪ੍ਰੋਬਲਮ ਆ ਗਈ। ਸਕੂਲ ਦਾ ਕੰਮ ਕਰਨਾ ਬੱਚਿਆਂ ਲਈ ਜ਼ਰੂਰੀ ਹੈ, ਸਭ ਕੁਝ ਜ਼ਰੂਰੀ ਹੈ, ਕੁਆਲਿਟੀ ਟਾਈਮ ਬੱਚਿਆਂ ਲਈ ਵੀ ਉਹ ਜ਼ਰੂਰੀ ਹੈ। ਇਸ ਲਈ ਜੋ ਤੁਸੀਂ ਐਕਟੀਵਿਟੀ ਅੱਜ ਕਰੋਗੇ, ਜਿਹੜੇ ਪੇਰੈਂਟਸ ਨੇ ਉਹ ਰੋਲ ਮਾਡਲ ਨੇ ਸੋਸਾਇਟੀ 'ਚ ਆਪਣੇ ਬੱਚਿਆਂ ਦਾ। ਬੱਚਾ ਉਹੀ ਕੁਝ ਕਰੂਗਾ ਜੋ ਉਹਦੇ ਮਾਂ-ਬਾਪ ਕਰਨਗੇ। ਅਗਰ ਮਾਂ-ਬਾਪ ਹੀ ਇੱਕ ਚੰਗੀ ਐਗਜ਼ਾਮਪਲ ਸੈੱਟ ਕਰਨਗੇ ਇਸ ਔਖੀ ਘੜੀ ਦੇ ਵਿੱਚ, ਤਾਂ ਤੁਹਾਡੇ ਬੱਚੇ ਕਦੇ ਵੀ ਜ਼ਿੰਦਗੀ 'ਚ ਮਾਰ ਨਹੀਂ ਖਾਣਗੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਨ ਸਾਡੇ ਨਾਲ ਮਨੋਵਿਗਿਆਨਕ ਡਾਕਟਰ ਰੁਪੇਸ਼ ਅਤੇ ਡਾਕਟਰ ਪੰਕਜ, ਜਿਨ੍ਹਾਂ ਨੇ ਕਾਫੀ ਕੁਝ ਦੱਸਿਆ ਕਿ ਕੀ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ। ਜਿਹੜੇ ਕੋਵਿਡ ਦੇ ਪੇਸ਼ੈਂਟ ਵੀ ਠੀਕ ਹੋ ਕੇ ਆਪਣੇ ਘਰਾਂ 'ਚ ਜਾ ਰਹੇ ਨੇ, ਉਹ ਫਿਰ ਵਾਪਸ ਡਾਕਟਰਾਂ ਦੇ ਚੱਕਰ ਕੱਟ ਰਹੇ ਨੇ ਕਿਉਂਕਿ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ। ਉਹ ਤੇ ਇਹ ਵੀ ਸਾਇੰਸ ਦੱਸੇ ਨੇ ਕਿ ਕਿਸ ਤਰ੍ਹਾਂ ਬੰਦੇ ਨੂੰ ਪਤਾ ਲੱਗ ਸਕਦਾ ਕਿ ਉਹ ਡਿਪਰੈਸ਼ਨ ਦਾ ਮਰੀਜ਼ ਹੈ, ਤੇ ਜੇਕਰ ਉਹ ਆਪਣੇ ਆਪ ਨੂੰ ਐਨਾਲਾਈਜ਼ ਕਰਕੇ ਬੰਦੇ ਨੂੰ ਲੱਗਦਾ ਕਿ ਮੇਰੇ ਵਿੱਚ ਇਹ ਸਾਈਨ ਹੈਗੇ, ਤਾਂ ਜਲਦ ਤੋਂ ਜਲਦ ਡਾਕਟਰੀ ਸਲਾਹ ਲੈਣ। ਕੋਈ ਡਰਨ ਦੀ ਲੋੜ ਨਹੀਂ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜੇ ਕੋਈ ਦਵਾਈ ਚੱਲਦੀ ਵੀ ਹੈ ਤਾਂ ਉਹ ਬਹੁਤ ਘੱਟ ਸਮੇਂ ਲਈ ਚੱਲਦੀ ਹੈ, ਤਾਂ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਉਹਦੇ ਵਾਸਤੇ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਜ਼। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।